ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੱਬੂ ਖੋਸਾ ਸਵਾਗਤ ਹੈ ਤੁਹਾਡਾ। ਦੋਸਤੋ, ਆਪਾਂ ਨੂੰ ਇਹ ਵੀਡੀਓ ਇਸ ਕਰਕੇ ਬਣਾਉਣੀ ਪਈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਮੀਡੀਆ ਦੇ ਵਿੱਚ ਇੱਕ ਹੀ ਮੁੱਦਾ ਛਾਇਆ ਹੋਇਆ ਕਿ ਬੀਬੀ ਸੋਨੀਆ ਮਾਨ ਫਲਾਨੀ ਪਾਰਟੀ ਚੱਲੀ ਹੈ, ਬੀਬੀ ਸੋਨੀਆ ਮਾਨ ਗਦਾਰ ਹੈ। ਕੋਈ ਪੱਤਰਕਾਰ ਉਹਨਾਂ ਦਾ ਪੱਖ ਲੈਣ ਚਲਾ ਜਾਂਦਾ ਹੈ ਕਿ ਤੁਹਾਨੂੰ ਗਦਾਰ ਕਿਹਾ ਜੀ, ਫਿਰ ਬੀਬੀ ਆਪਦੇ ਮਗਰਮੱਛ ਦੇ ਹੰਝੂ ਵਹਾਉਂਦੀ ਹੈ। ਮੈਂ ਨਾ ਤਾਂ ਬੀਬੀ ਦੀ ਉਸ ਗੱਲ ਕਰਕੇ ਬੀਬੀ ਨੂੰ ਗਦਾਰ ਕਹਾਂ ਕਿ ਭਾਈ ਤੂੰ ਸਟੇਜ ਤੋਂ ਬੋਲੀ ਸੀ ਕਿ ਜੇ ਮੈਂ ਕਿਸੇ ਪਾਰਟੀ ਦੀ ਨਾਲ ਸਟੇਜ ਸਾਂਝੀ ਕਰਾਂ ਤਾਂ ਮੈਨੂੰ ਗਦਾਰ ਸਮਝਿਆ ਜਾਵੇ। ਬੀਬੀ, ਮੈਂ ਤੇਰੀ ਗਦਾਰੀ ਦੇ, ਤੁਹਾਡੀ ਗਦਾਰੀ ਦੇ ਤੁਹਾਨੂੰ ਸਬੂਤ ਦਿਖਾਉਂਗਾ। ਤੁਹਾਡੇ ਮੂੰਹੋਂ ਬੋਲੇ ਹੋਏ ਸ਼ਬਦ ਹੀ ਤੁਹਾਡੀ ਗਦਾਰੀ ਹੈ। ਦੂਸਰੀ ਗੱਲ, ਬੀਬੀ ਤੁਸੀਂ ਇੱਕ ਪੋਸਟ ਪਾਈ ਸੀ ਪੰਜਾਬੀਆਂ ਦੇ ਨਾਮ ਤੇ ਸਵਾਲ ਕੀਤੇ ਸੀ, ਪਰ ਸਵਾਲਾਂ ਦੀ ਉੱਥੇ ਜਵਾਬ ਵਾਲੀ ਜਗ੍ਹਾ ਤੇ ਜਿਹੜਾ ਤੁਸੀਂ ਕਮੈਂਟ ਬੰਦ ਕਰਤੇ। ਹੁਣ ਆਪਣੇ ਕੋਲ ਤੁਹਾਡਾ ਪ੍ਰੋਪਰ ਐਡਰੈਸ ਤਾਂ ਹੈ ਨਹੀਂ ਜਿੱਥੇ ਤੁਹਾਨੂੰ ਚਿੱਠੀ ਪੱਤਰ ਰਾਹੀਂ ਜਵਾਬ ਭੇਜ ਸਕੀਏ, ਇਸ ਕਰਕੇ ਉਹ ਵੀ ਕੋਸ਼ਿਸ਼ ਕਰੂੰਗਾ ਕਿ ਇਸੇ ਵੀਡੀਓ ਦੇ ਵਿੱਚ ਹੀ ਤੁਹਾਡੇ ਜਵਾਬ ਜਿਹੜੇ ਦਿੱਤੇ ਜਾਣ। ਪਹਿਲਾਂ ਦੋਸਤੋ ਆਓ ਦਿਖਾਉਣੇ ਆਪਾਂ ਤੁਹਾਨੂੰ ਬੀਬੀ ਦੇ ਗਦਾਰੀ ਦੇ ਸਬੂਤ। बहुत ही इंपॉर्टेंट रीज़न आ कि मैं रात ਨੂੰ 10 ਵਜੇ ਲਾਈਵ ਆ ਰਹੀ ਹਾਂ। ਸੋ ਮੈਂ ਚਾਹੁੰਦੀ ਹਾਂ ਕਿ ਹੋਰ ਜ਼ਿਆਦਾ ਜਨਤਾ जुड़े ਤੇ मैं ये इंपॉर्टेंट ਗੱਲਾਂ ਸਾਰਿਆਂ ਦੇ ਨਾਲ ਕਰ सका। लाइव जाने के पीछे ये रीज़न है कि राइट नाउ मैं एलनाबाद में हूँ और एलनाबाद में कल की इलेक्शन है, बाय इलेक्शन। और बाय इलेक्शन हमारी बीजेपी और जेजेपी के विरोध में है और हर किसी को एलनाबाद में हमने ये बोला है कि बीजेपी और जेजेपी की हमने जमानत जब्त करवानी है। सो बहुत सारी बातें बॉर्डर से आ रही हैं कि बैरिगेड्स हटाए जा रहे हैं। इनफैक्ट टिकरी बॉर्डर से भी आई थी। तो मेरा निवेदन यही है मेरे सारे किसान भाइयों के से और स्पेशली मेरा एलनाबाद की जनता से मेरा ये निवेदन है कि कल इलेक्शन है एलनाबाद में। कल आप सब लोगों ने किसानों के हक में वोट डाल के फिर आपने जाना है टिकरी बॉर्डर, जयसिंगू बॉर्डर, और हमारे मोर्चे को मजबूत करना है। वोट डाले बगैर किसी ने यहाँ से एलनाबाद से नहीं जाना। जो मेरा निवेदन एलनाबाद की जनता से है कि कल आप बीजेपी जेजेपी को बायकॉट कीजिए, उनकी जमानत जब्त करवाइए और एलनाबाद में कल वोट डाल के ही टिकरी बॉर्डर सिंगू बॉर्डर जाइएगा, क्योंकि हमारी किसानों की जीत होनी चाहिए एलनाबाद में कल। वो सबसे ज़्यादा इम्पोर्टेंट है। और आप सब लोगों को पता है कि हमारी किसानों की जीत कैसे होगी और कौन हमारे किसानों के हक में खड़े थे और जो खड़े रहेंगे। मुझे बताने की ज़रूरत नहीं है। एलनाबाद से दोबारा हाथ जोड़ के विनती करती हूँ कि वोट दिए बगैर मत जाना, वोट दे के ही टिकरी बॉर्डर जाना, क्योंकि ये सरकार की बहुत बड़ी साजिश है। ये चीज़ हमें समझनी चाहिए। किसान एकता जिंदाबाद। ਦੋਸਤੋ, ਅਸਲ ਦੇ ਵਿੱਚ ਹੋਇਆ ਕੀ ਸੀ ਕਿ ਜਿਸ ਦਿਨ ਐਲਨਾਬਾਦ ਉਪ ਚੋਣ ਹੋਣੀ ਸੀ ਤਾਂ ਉਸ ਤੋਂ ਪਹਿਲੀ ਰਾਤ ਟਿਕਰੀ ਬਾਰਡਰ ਦੇ ਉੱਪਰ ਦਿੱਲੀ ਪੁਲਿਸ ਨੇ ਅਚਾਨਕ ਬੈਰੀਕੇਡ ਖੋਲਣੇ ਸ਼ੁਰੂ ਕਰਤੇ ਸੀ, ਜਿਸ ਕਰਕੇ ਕਿਸਾਨਾਂ ਦੇ ਵਿੱਚ ਕਈ ਹੜਕੰਪ ਮਚ ਗਿਆ ਸੀ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੀ ਉੱਥੇ ਨਫਰੀ ਬਹੁਤ ਜ਼ਿਆਦਾ ਘੱਟ ਗਿਣਤੀ ਦੇ ਵਿੱਚ ਸੀ, ਕਿਉਂਕਿ ਕਿਸਾਨ ਆਪਣੀ ਫਸਲ ਸੰਭਾਲਣ ਦੇ ਲਈ ਜਾਂ ਨਵੀਂ ਫਸਲ ਦੀ ਬਿਜਾਈ ਦੇ ਲਈ ਜਾਂ ਤਿਉਹਾਰ ਕਰਕੇ ਆਪੋ ਆਪਣੇ ਘਰਾਂ ਨੂੰ ਆਏ ਹੋਏ ਸੀ ਤੇ ਕਿਸਾਨਾਂ ਨੂੰ ਇਹ ਡਰ ਸੀ ਕਿ ਪੁਲਿਸ ਕਦੇ ਲਾਠੀ ਚਾਰਜ ਕਰਕੇ ਮੋਰਚਾ ਚੁਕਵਾ ਹੀ ਨਾ ਦੇਵੇ। ਇਸ ਕਰਕੇ ਕਿਸਾਨ ਲੀਡਰਾਂ ਨੇ ਤੇ ਆਮ ਕਿਸਾਨਾਂ ਨੇ ਆਪੋ ਆਪਣੇ ਪੱਧਰ ਤੇ ਲੋਕਾਂ ਨੂੰ ਅਪੀਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਜਲਦੀ ਤੋਂ ਜਲਦੀ ਮੋਰਚੇ 'ਚ ਪਹੁੰਚੋ। ਤੇ ਜਿਸ ਕਰਕੇ ਜਿੱਥੇ ਇੱਕ ਪਾਸੇ ਪੰਜਾਬ ਹਰਿਆਣੇ ਦੇ ਕਿਸਾਨਾਂ ਨੇ ਆਪਣੀਆਂ ਫਸਲਾਂ ਮੰਡੀ 'ਚ ਛੱਡ ਕੇ ਇੱਕ ਦੂਜੇ ਨੂੰ ਕਹਿਤਾ ਕਿ ਭਾਈ ਤੂੰ ਰਾਖੀ ਰੱਖੀ, ਉਹਨਾਂ ਨੇ ਦਿੱਲੀ ਪਹੁੰਚਣ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ, ਤਾਂ ਉੱਥੇ ਬੀਬੀ ਸੋਨੀਆ ਮਾਨ ਨੇ ਕੀ ਗਦਾਰੀ ਕੀਤੀ ਕਿ ਉਸੇ ਰਾਤ ਨੂੰ 10 ਵਜੇ ਬੀਬੀ ਐਲਨਾਬਾਦ ਪਹੁੰਚਦੀ ਹੈ ਤੇ ਉੱਥੋਂ ਲਾਈਵ ਹੋ ਕੇ ਹਰਿਆਣੇ ਦੇ ਐਲਨਾਬਾਦ ਦੇ ਲੋਕਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੋਰਚੇ 'ਚ ਨਾ ਜਾਓ, ਤੁਸੀਂ ਕੱਲ ਨੂੰ ਜਾਇਆ ਜੋ। ਬੀਬੀ ਨੂੰ ਮੋਰਚੇ ਦੇ ਨਾਲੋਂ ਫਿਕਰ ਸੀਗਾ ਕਿ ਕਿਤੇ ਚੁਟਾਲੇ ਚੋਣਾ ਨਾ ਹਾਰ ਜਾਣ। ਤੇ ਇਸੇ ਦੇ ਨਾਲ ਹੀ ਬੀਬੀ ਨੇ ਇਹ ਨਹੀਂ ਸੋਚਿਆ ਕਿ ਜਿਹੜੇ ਪੰਜਾਬ ਵਾਲੇ ਆ
ਉਹ 8 ਘੰਟੇ ਲੱਗ ਸਕਦੇ ਆ, ਉਹਨਾਂ ਨੂੰ 7 ਘੰਟੇ ਲੱਗ ਸਕਦੇ ਆ, ਉਹਨਾਂ ਨੇ ਟ੍ਰੇਨ ਤੇ ਆਉਣਾ, ਉਹਨਾਂ ਨੂੰ ਵੱਧ ਟਾਈਮ ਵੀ ਲੱਗ ਸਕਦਾ। ਤੇ ਜਿਹੜੇ ਨੇੜੇ ਸੀ ਉਹਨਾਂ ਨੇ ਪਹੁੰਚਣਾ ਸੀ, ਤੇ ਨੇੜਲਿਆਂ ਨੂੰ ਬੀਬੀ ਰੋਕ ਰਹੀ ਸੀ। ਤੇ ਨਾਲ ਹੀ ਬੀਬੀ ਦੀ ਦੂਜੀ ਗਦਾਰੀ ਕੀ ਸੀ ਕਿ ਜਿਵੇਂ ਸੰਯੁਕਤ ਕਿਸਾਨ ਮੋਰਚਾ ਦਾ ਐਲਾਨ ਸੀ ਕਿ ਸਿਰਫ ਭਾਜਪਾ ਦਾ ਵਿਰੋਧ ਕਰਨਾ, ਤੇ ਹਰਿਆਣੇ ਦੇ ਵਿੱਚ ਵੀ ਭਾਜਪਾ ਤੇ ਜਿਹੜੀ ਜੇਜੇਪੀ ਪਾਰਟੀ ਆ ਉਹਨਾਂ ਦਾ ਵਿਰੋਧ ਸੀਗਾ ਕਿ ਇਹਨਾਂ ਦਾ ਬਾਈਕਾਟ ਕਰਨਾ, ਇਹਨਾਂ ਦੀ ਉਲਟ ਵੋਟ ਪਾਉਣੀ ਹੈ। ਤੇ ਇਸ ਦੇ ਉਲਟ ਜਾ ਕੇ ਮੋਰਚੇ ਨਾਲ ਬੀਬੀ ਦੀ ਗਦਾਰੀ ਇਹ ਸੀ ਕਿ ਬੀਬੀ ਚੌਟਾਲਿਆਂ ਨੂੰ ਵੋਟ ਪਾਉਣ ਲਈ ਅਪੀਲ ਕਰ ਰਹੀ ਸੀ। ਬੀਬੀ ਨੇ ਸਿੱਧੇ ਤਰੀਕੇ ਨਾਲ ਚੌਟਾਲਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਬੀਬੀ ਨੇ ਕਿਹਾ ਕਿ ਭਾਈ ਅੱਗੇ ਕਿਸਾਨਾਂ ਦੇ ਲਈ ਕਿਸ ਨੇ ਕੁਰਬਾਨੀ ਦਿੱਤੀ ਸੀ, ਅੱਗੇ ਵੀ ਕੌਣ ਦੇਊਗਾ, ਇਸ ਤੋਂ ਜ਼ਿਆਦਾ ਮੈਂ ਕੁਝ ਕਹਿ ਨਹੀਂ ਸਕਦੀ, ਤੁਸੀਂ ਸਮਝਦਾਰ ਹੋ। ਹੁਣ ਇਹ ਗੱਲ ਤੁਸੀਂ ਵੀ ਸਮਝ ਗਏ ਹੋਵੋਗੇ ਤੇ ਆਪਾਂ ਨੂੰ ਤਾਂ ਪਤਾ ਹੀ ਹੈ, ਮੈਂ ਇਸੇ ਕਰਕੇ ਹੀ ਬੋਲ ਰਿਹਾ। ਇਹ ਸੀ ਬੀਬੀ ਤੁਹਾਡੀ ਗਦਾਰੀ। ਤੁਸੀਂ ਕਹਿੰਦੇ ਹੋ ਲੀਡਰ ਸਟੇਜਾਂ ਤੇ ਨਹੀਂ ਚੜਨ ਦਿੰਦੇ ਸੀ, ਲੀਡਰਾਂ ਨੇ ਮੇਰਾ ਸਾਥ ਨਹੀਂ ਦਿੱਤਾ। ਪਿਛਲੇ 2 ਮਹੀਨਿਆਂ ਤੋਂ ਤੁਹਾਡਾ ਜਿਹੜਾ ਇਹ ਗੱਲਾਂ ਬਾਰੇ ਆਪਾਂ ਸੁਣਦੇ ਪਏ ਸੀ, ਪਰ ਮੈਨੂੰ ਇਹ ਸੀਗਾ ਕਿ ਆਪਾਂ ਨੂੰ ਕੀ ਜ਼ਰੂਰਤ ਹੈ, ਕਿਸੇ ਦੀ ਵੀ ਇਹ ਡੈਮੋਕ੍ਰੈਟਿਕ ਆਜ਼ਾਦੀ ਹੈ ਕਿ ਉਹ ਭਾਈ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ, ਕਿਸੇ ਨੂੰ ਵੀ ਵੋਟ ਦੇ ਸਕਦਾ। ਇਸ ਕਰਕੇ ਮੈਂ ਬੋਲਣਾ ਮਨਾਸਬ ਨਹੀਂ ਸਮਝਿਆ ਸੀ। ਪਰ ਬੀਬੀ ਤੁਸੀਂ ਪੰਜਾਬ ਦੇ ਮੌਜੂਦਾ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾ ਰਹੇ ਹੋ, ਇਸ ਕਰਕੇ ਇਹ ਤੁਹਾਡੀ ਗਦਾਰੀ ਦਾ ਸਬੂਤ ਤੁਹਾਨੂੰ ਦਿਖਾਉਣਾ ਪਿਆ। ਹੁਣ ਜੇ ਆਪਾਂ ਅੱਗੇ ਤੁਹਾਡੀ ਚਿੱਠੀ ਵਾਲੀ ਗੱਲ ਤੇ, ਤਾਂ ਸ਼ੁਰੂ ਦੇ ਵਿੱਚ ਤੁਸੀਂ ਉਹੀ ਇੱਕ ਟ੍ਰਿਕ ਖੇਡਿਆ ਜਿਹੜੇ ਆਮ ਤੌਰ ਤੇ ਪੀੜਤ ਧਿਰ ਬਣ ਕੇ ਖੇਡਦੇ ਹੁੰਦੇ ਆ ਕਿ ਔਰਤ ਨੂੰ ਐਂ ਕਹਿ ਰਹੇ ਆ, ਔਰਤ ਨੂੰ ਜਿਉਂ ਕਹਿ ਰਹੇ ਆ। ਤੁਹਾਨੂੰ ਗੁਰਬਾਣੀ ਦੇ ਵਿੱਚੋਂ ਉਪਦੇਸ਼ ਵੀ ਨਜ਼ਰ ਆਉਣ ਲੱਗ ਪਏ, ਜਿੱਤ ਜੰਮੇ ਰਜਾਨ ਤੁਸੀਂ ਕਹਿੰਦੇ ਹੋ। ਪਰ ਮੈਂ ਬੀਬੀ ਤੁਹਾਨੂੰ ਸਵਾਲ ਕਰਦਾ ਕਿ ਮੈਂ ਨਾ ਉਸ ਧਿਰ ਨਾਲ ਆ ਨਾ ਉਸ ਧਿਰ ਨਾਲ ਆ, ਕਿਉਂਕਿ ਤੁਸੀਂ ਖੁਦ ਹੀ ਕਿਸੇ ਧਿਰ ਨਾਲ ਹੈ ਨਹੀਂ, ਤੁਸੀਂ ਵੀ ਮੌਕਾ ਪ੍ਰਸਤ ਹੋ। ਇਸ ਕਰਕੇ ਮੈਂ ਕਿਸੇ ਵੀ ਧਿਰ ਨਾਲ ਨਹੀਂ। ਪਰ ਮੈਂ ਬੀਬੀ ਇਹ ਕਹਿਣਾ ਕਿ ਜਦੋਂ ਤੁਹਾਨੂੰ ਤੁਸੀਂ ਮੋਰਚੇ ਦੇ ਵਿੱਚ ਆਏ, ਜਿਹੜਾ ਵੀ ਪਿਛਲੇ ਐਪੀਸੋਡ ਹੋਏ ਸਾਰਿਆਂ ਨੂੰ ਪਤਾ ਸੀਗਾ, ਤਾਂ ਕੁਝ ਲੋਕਾਂ ਨੇ ਤੁਹਾਡੀਆਂ ਫਿਲਮੀ ਤਸਵੀਰਾਂ ਜਾਂ ਤੁਹਾਡੇ ਫੋਟੋ ਸ਼ੂਟ ਦੀਆਂ ਤਸਵੀਰਾਂ ਵਾਇਰਲ ਕਰਨੀਆਂ ਸ਼ੁਰੂ ਕਰਤੀਆਂ। ਇਸ ਦੇ ਉਲਟ ਤੁਹਾਡੇ ਸਮਰਥਕਾਂ ਨੇ ਕੀ ਕੀਤਾ ਕਿ ਢਾਡੀ ਇੱਕ ਬੀਬੀ ਆ ਜੋ ਕੀਰਤਨ ਕਥਾ ਵਗੈਰਾ ਕਰਦੀ, ਉਹਦੀਆਂ ਤਸਵੀਰਾਂ ਵਾਇਰਲ ਕਰਨੀਆਂ ਸ਼ੁਰੂ ਕਰਤੀਆਂ। ਤੁਹਾਡੇ ਸਮਰਥਕਾਂ ਨੇ ਇੱਕ ਆਸਟ੍ਰੇਲੀਆ ਤੋਂ ਆਈ ਕੁੜੀ, ਮੈਨੂੰ ਉਹਦਾ ਨਾਮ ਨਹੀਂ ਯਾਦ, ਬਿਗ ਬੌਸ ਦੇ ਵਿੱਚ ਵੀ ਗਈ ਸੀ, ਉਹ ਵਾਲ ਕੱਟਿਆਂ ਵਾਲੀ, ਉਹਨੂੰ ਨਹੀਂ ਬਖਸ਼ਿਆ। ਉਹਦੀਆਂ ਪਤਾ ਨਹੀਂ ਕਿਹੜੀਆਂ ਵੀਡੀਓ ਚੱਕ ਕੇ ਵਾਇਰਲ ਕੀਤੀਆਂ। ਉਹ ਤਾਂ ਕੋਈ ਧਾਰਮਿਕ ਔਰਤ ਨਹੀਂ ਸੀ ਬੀਬੀ, ਪਰ ਹੈ ਤਾਂ ਇੱਕ ਔਰਤ ਸੀ। ਉਹਦਾ ਕਸੂਰ ਕੀ ਸੀ ਕਿ ਉਹਦੀ ਫੋਟੋ ਸਿਰਫ ਇੱਕ ਫੋਟੋ ਦੇ ਵਿੱਚ ਉਹ ਸੁਖਪ੍ਰੀਤ ਉਦੋਂ ਕਿਹਦੇ ਨਾਲ ਖੜੀ ਸੀ, ਉਹਦਾ ਆ ਕਸੂਰ ਸੀ। ਪਰ ਬੀਬੀ ਤੁਸੀਂ ਕਦੇ ਆਪਣੇ ਸਮਰਥਕਾਂ ਨੂੰ ਰੋਕਿਆ? ਇਹ ਇੱਕ ਔਰਤ ਹੋਣ ਦੇ ਨਾਤੇ ਤੁਹਾਡਾ ਸਭ ਤੋਂ ਪਹਿਲਾ ਫਰਜ਼ ਬਣਦਾ ਸੀ ਕਿ ਤੁਸੀਂ ਉਹਨਾਂ ਨੂੰ ਰੋਕਦੇ ਕਿ ਭਾਈ ਉਹ ਵੀ ਔਰਤ ਹੈ, ਮੇਰੀ ਸਪੋਰਟ ਦੇ ਵਿੱਚ ਜਾਂ ਮੇਰੇ ਕਰਕੇ ਕਿਸੇ ਹੋਰ ਔਰਤ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਦੂਜੀ ਗੱਲ ਬੀਬੀ, ਤੁਸੀਂ ਕਹਿੰਦੇ ਹੋ ਕਿ ਮੈਂ ਮੋਰਚੇ ਦੇ ਵਿੱਚ ਆ ਕੀਤਾ, ਮੈਂ ਲਖੀਮਪੁਰ ਗਈ, ਮੈਂ ਫਲਾਨਾ ਕੀਤਾ, ਮੈਂ ਉਹਨਾਂ ਦੀ ਪਰਿਵਾਰ ਨੂੰ ਇੱਕ ਕਿਸਾਨ ਦੇ ਕੇ ਪੋਸਟਮਾਰਟਮ ਰਿਪੋਰਟ ਦਵਾਈ। ਬੀਬੀ ਜੀ ਤੁਸੀਂ ਕਿਹੜੀ ਹੈਸੀਅਤ ਦੇ ਨਾਲ ਦਵਾਤੀ? ਉਹ ਜੇ ਕੋਈ ਕਿਸੇ ਦਾ ਮਸਲਾ ਹੱਲ ਹੁੰਦਾ ਉਹ ਤੁਹਾਡੇ ਨਾਲ ਗਏ ਲੋਕਾਂ ਕਰਕੇ ਜਾਂ ਲੋਕਾਂ ਦੇ ਸਮੂਹ ਕਰਕੇ ਹੁੰਦਾ, ਨਹੀਂ ਤੁਹਾਡੀ ਯੂਪੀ ਦੇ ਵਿੱਚ ਐਡੀ ਕਿਹੜੀ ਜਾਣ ਪਛਾਣ ਸੀ ਕਿ ਜਿੱਥੇ ਵੱਡੇ ਵੱਡੇ ਆਗੂਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਸੀਗਾ ਜਾਂ ਲੋਕਾਂ ਨੂੰ ਪੰਜਾਬ ਤੋਂ ਜਾਂਦਿਆਂ ਨੂੰ ਰੋਕਿਆ ਜਾ ਰਿਹਾ ਸੀ, ਤੇ ਤੁਸੀਂ ਉੱਥੇ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਵਾਤੇ। ਬੀਬੀ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ 5 ਜ਼ਿਲ੍ਹਿਆਂ ਦੀ ਪੁਲਿਸ ਪੈ ਗਈ, ਹੈਰਾਨੀ ਆਉਂਦੀ ਸੁਣ ਕੇ। ਤੁਸੀਂ ਕਿਹੜੇ ਚੰਬਲ ਦੇ ਡਕੈਤ ਹੋ ਕਿ ਤੁਹਾਨੂੰ ਰੋਕਣ ਲਈ 5-7 ਜ਼ਿਲ੍ਹਿਆਂ ਦੀ ਪੁਲਿਸ ਨੂੰ ਘੇਰਾ ਪਾਉਣਾ ਪਿਆ ਹੋਵੇ? ਜਿੰਨੇ ਕ ਬੰਦਾ ਲੈਵਲ ਦਾ ਹੋਵੇ ਉਨੀ ਕ ਬੰਦੇ ਨੂੰ ਗੱਲ ਕਰਨੀ ਚਾਹੀਦੀ ਆ। ਹਾਂ ਤੁਹਾਡਾ ਮੋਰਚੇ 'ਚ ਯੋਗਦਾਨ ਆ, ਤੁਸੀਂ ਉੱਥੇ ਬੈਠੇ ਹੋ, ਤੁਹਾਡੀ ਰਿਸਪੈਕਟ ਕਰਦੇ ਸੀ, ਅੱਜ ਵੀ ਕਰਦੇ ਆ। ਤੁਸੀਂ ਉਹ ਬਹੁਤ ਸ਼ਲਾਘਾਯੋਗ ਮੋਰਚੇ ਦੇ ਵਿੱਚ ਕੰਮ ਕੀਤਾ। ਪਰ ਜਿਹੜਾ ਮੋਰਚੇ ਨੂੰ ਤੁਸੀਂ ਆਪਣੇ ਪਰਸਨਲ ਫਾਇਦੇ ਲਈ ਵਰਤਣਾ ਚਾਹਿਆ ਉਹ ਬਿਲਕੁਲ ਗਲਤ ਆ। ਉਹਨੂੰ ਅੱਜ ਵੀ ਗਲਤ ਕਹਿੰਦੇ ਆ ਤੇ ਕਹਿੰਦੇ ਰਵਾਂਗੇ। ਤੁਸੀਂ ਇੱਕ ਗੱਲ ਦੱਸਿਓ ਕਿ ਤੁਸੀਂ ਆਪਣੇ ਬਾਪ ਜੋ ਇੱਕ 2 ਵਿਚਾਰਧਾਰਾਂ ਦੀ ਲੜਾਈ ਦੇ ਵਿੱਚ ਮਾਰਿਆ ਗਿਆ, ਕਿਉਂਕਿ ਜਿਹੜੇ ਤੁਹਾਡੇ ਬਾਪ ਵਾਲੀ ਧਿਰ ਸੀ ਉਹ ਵੀ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਦੇ ਖਿਲਾਫ ਆ, ਤੇ ਜਿਹੜੇ ਦੂਸਰੀ ਧਿਰ ਆ ਉਹ ਵੀ ਕਹਿੰਦੀ ਹੁੰਦੀ ਸੀ ਕਿ ਅਸੀਂ ਸਰਕਾਰ ਦੇ ਖਿਲਾਫ ਆ। ਠੀਕ ਹੈ, ਆਪਸ ਦੇ ਵਿੱਚ ਦੋਵਾਂ ਵਿਚਾਰਧਾਰਾਵਾਂ ਦਾ ਟਕਰਾਅ ਹੋਇਆ, ਜਿਸ ਕਰਕੇ ਆਪਸ ਦੇ ਵਿੱਚ ਹੀ ਮਾਰਨ ਜਾਂ ਮਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਤੁਸੀਂ ਮੋਰਚੇ ਦੇ ਆਗੂਆਂ ਨੂੰ ਲੈ ਕੇ ਜਾਂ ਹੋਰ ਕਿਸਾਨਾਂ ਨੂੰ ਨਾਲ ਲੈ ਕੇ ਆਪਣੇ ਬਾਪ ਦੀ ਬਰਸੀ ਮਨਾਈ। ਚਲੋ ਇੱਕ ਧੀ ਪੁੱਤ ਦਾ ਫਰਜ਼ ਹੁੰਦਾ, ਪਰ ਤੁਸੀਂ ਦੱਸਿਓ ਉਸੇ ਲਹਿਰ ਦੇ ਨਾਲ ਜਿਹੜੀ ਤੁਹਾਡੇ ਬਾਪ ਵਾਲੀ ਵਿਚਾਰਧਾਰਾ ਦੇ ਹੋਰ ਲੋਕ
ਉਸ ਸਮੇਂ ਮਾਰੇ ਗਏ ਸੀ, ਉਹਨਾਂ ਚੋਂ ਕਿੰਨਿਆਂ ਕੁ ਦੀਆਂ ਤੁਸੀਂ ਜਾ ਜਾ ਕੇ ਬਰਸੀਆਂ ਬਣਵਾਈਆਂ? ਜਾਂ ਕਿਸਾਨ ਮੋਰਚੇ ਤੋਂ ਪਹਿਲਾਂ ਕੀ ਆਹ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਐਡੇ ਵੱਡੇ ਪ੍ਰੋਗਰਾਮ ਕਰਦੇ ਸੀ? ਨਹੀਂ। ਫਿਰ ਇਸ ਵਾਰ ਕਿਉਂ? ਤੁਸੀਂ ਕਿਸਾਨ ਮੋਰਚੇ ਨੂੰ ਆਪਦੇ ਨਿੱਜੀ ਲਾਹੇ ਦੇ ਲਈ ਵਰਤ ਰਹੇ ਸੀ। ਇਸ ਗੱਲ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਫਿਰ ਬੀਬੀ ਜੀ ਤੁਹਾਨੂੰ ਯਾਦ ਆ ਜਾਂਦਾ ਆਪਣੀ ਵਿਧਵਾ ਮਾਂ ਜਾਂ ਤੁਹਾਡੀ 16 ਦਿਨ ਦੀ ਉਮਰ। ਬੀਬੀ, ਜੇ ਦੂਜੇ ਪੱਖ ਵਾਲੇ ਪਾਸਿਓਂ ਜਿਹੜੀ ਦੂਸਰੀ ਤੁਹਾਡੇ ਪਿਤਾ ਦੀ ਵਿਰੋਧੀ ਵਿਚਾਰਧਾਰਾ ਦੇ ਜਿਹੜੇ ਸੀਗੇ, ਜੇ ਉਹਨਾਂ ਚੋਂ ਦਿਖਾਵਾਂ ਤਾਂ ਤੁਹਾਡਾ ਹੀ ਇੱਕ ਹਮ ਉਮਰ ਹੈ ਨੌਜਵਾਨ ਅਮਰਤਪਾਲ ਸਿੰਘ ਛੰਦੜਾ। ਕਦੇ ਬੀਬੀ ਜੀ ਉਹਦੇ ਬਾਰੇ ਵੀ ਜਾਣਿਓ? ਉਹਦਾ ਬਚਪਨ ਤੁਹਾਡੇ ਨਾਲੋਂ ਵੀ ਦਰਦਨਾਕ ਗੁਜ਼ਰਿਆ। ਤੁਸੀਂ ਕਹਿੰਦੇ ਹੋ ਕਿ ਮੈਂ ਕੁਰਬਾਨੀ ਕੀਤੀ, ਮੈਂ ਆਪਣਾ ਕੈਰੀਅਰ ਛੱਡਤਾ ਜਾਂ ਆਹ ਕੁਝ ਛੱਡਤਾ। ਬੀਬੀ ਜੀ, ਜਿਹੜੇ 700-800 ਬੰਦੇ ਨੇ ਉੱਥੇ ਆਪਦੀ ਜਾਨ ਹੀ ਕੁਰਬਾਨ ਕਰਤੀ। ਤੁਹਾਨੂੰ ਉਹ ਬੀਬੀ ਨਹੀਂ ਦਿਖਦੀ ਜਿਹਦਾ ਜਵਾਨ ਪੁੱਤਰ ਮੋਰਚੇ ਦੇ ਵਿੱਚ ਚਲਾ ਗਿਆ, ਤੇ ਉਸ ਪੁੱਤਰ ਦੇ ਜਾਣ ਤੋਂ ਬਾਅਦ ਉਹ ਬੀਬੀ ਪੱਕੇ ਤੌਰ ਤੇ ਮੋਰਚੇ 'ਚ ਬਹਿ ਗਈ ਕਿ ਮੇਰਾ ਪੁੱਤ ਇੱਥੇ ਲੜਾਈ ਲੜਦਾ ਸੀ, ਮੈਂ ਆਪਦੇ ਪੁੱਤ ਦੀ ਲੜਾਈ ਲੜੂੰਗੀ। ਕੀ ਉਹ ਬੀਬੀ ਕਿਸੇ ਟਿਕਟ ਦੀ ਹੱਕਦਾਰ ਨਹੀਂ? ਜਿਹੜਾ 700-800 ਬੰਦਾ ਜਾਨ ਗਵਾ ਚੁੱਕਿਆ, ਕੀ ਉਹਨਾਂ ਦਾ ਪਰਿਵਾਰ ਟਿਕਟਾਂ ਦਾ ਹੱਕਦਾਰ ਨਹੀਂ? ਤੁਸੀਂ ਕਹਿੰਦੇ ਹੋ ਕਿ ਲਖੀਮਪੁਰ ਤੋਂ ਬਾਅਦ ਕਿਸਾਨ ਆਗੂਆਂ ਨੇ ਤੁਹਾਨੂੰ ਸਟੇਜ ਤੇ ਨਹੀਂ ਚੜ੍ਹਨ ਦਿੱਤਾ। ਹਾਲਾਂਕਿ ਤੁਹਾਡੀਆਂ ਪਿਛਲੇ 2-3 ਮਹੀਨਿਆਂ ਤੋਂ ਜੋ ਰਾਜਨੀਤਿਕ ਤੌਰ ਤੇ ਗਤੀਵਿਧੀਆਂ ਚੱਲਦੀਆਂ ਸੀ, ਉਹਨਾਂ ਕਰਕੇ ਰੋਕਿਆ ਗਿਆ ਸੀ। ਪਰ ਤੁਹਾਨੂੰ ਫਿਰ ਵੀ ਦਰਦ ਆ। ਕੀ ਤੁਹਾਨੂੰ ਉਸ ਮਾਤਾ ਦਾ ਦਰਦ ਨਹੀਂ ਆਇਆ ਜਿਹਦਾ ਜਵਾਨ ਪੁੱਤ ਮੋਰਚੇ ਦੇ ਵਿੱਚ ਆਪਣੀ ਜਾਨ ਕੁਰਬਾਨ ਕਰ ਗਿਆ, ਤੇ ਉਹ ਮਾਤਾ ਮੋਰਚੇ ਤੇ ਬੋਲਣ ਲੱਗੀ ਤਾਂ ਉਸ ਮਾਤਾ ਦੇ ਹੱਥ ਦੇ ਵਿੱਚੋਂ ਸਟੇਜ ਦੇ ਉੱਪਰ ਮਾਈਕ ਖੋਲਿਆ ਗਿਆ ਸੀ, ਉਹਨੂੰ ਚੁੱਪ ਕਰਵਾਇਆ ਗਿਆ ਸੀ। ਕਿਸੇ ਵੀ ਵਿਚਾਰਧਾਰਾ ਦਾ ਹੋਵੇ, ਕਿਸੇ ਵੀ ਧਰਮ ਜਾਤ ਦਾ ਹੋਵੇ, ਬੰਦੇ ਦੇ ਜੇ ਆਪਾਂ ਕਹੀਏ ਬੀਬੀ, ਦੁੱਖ ਸੁੱਖ ਸਭ ਦੇ ਬਰਾਬਰ ਹੁੰਦੇ ਆ, ਤੇ ਹਰੇਕ ਦੀਆਂ ਭਾਵਨਾਵਾਂ ਹੁੰਦੀਆਂ, ਤੇ ਹਰ ਇੱਕ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਤੁਸੀਂ ਸਾਲ ਭਰ ਤੋਂ ਉੱਥੇ ਸੀ, ਤੁਹਾਡਾ ਧੰਨਵਾਦ। ਅੱਗੇ ਵੀ ਰਹੋ। ਆਪਾਂ ਤਾਂ ਇਹੀ ਕਹਾਂਗੇ ਕਿ ਮੋਰਚਾ ਜਿੱਤਣ ਤੱਕ ਤੁਸੀਂ ਰਹੋ, ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਪਰ ਇੱਕ ਗੱਲ ਜਿਹੜੀ ਬੀਬੀ ਤੁਸੀਂ ਕਹੀ ਸੀ ਕਿ ਮੋਰਚੇ ਦੇ ਦੌਰਾਨ ਜੇ ਮੋਰਚੇ ਦੀ ਸਟੇਜ ਤੋਂ ਜਾਂ ਮੈਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਸਟੇਜ ਸਾਂਝੀ ਕਰਦੀ ਹਾਂ, ਬੀਬੀ ਤੁਸੀਂ ਮੋਰਚੇ 'ਚ ਹੁੰਦਿਆਂ ਹੀ ਮੋਰਚੇ ਦੇ ਕਿਸਾਨਾਂ ਨੂੰ ਇੱਕ ਪੋਲੀਟੀਕਲ ਪਾਰਟੀ ਦੇ ਲਈ ਵੋਟ ਪਾਉਣ ਲਈ ਕਿਹਾ, ਇਹ ਤੁਹਾਡੀ ਸਭ ਤੋਂ ਵੱਡੀ ਗਦਾਰੀ ਸੀ। ਬਹੁਤ ਸਾਰੇ ਲੋਕ ਪਾਰਟੀਆਂ ਜੁਆਇਨ ਕਰਦੇ ਆ। ਆਮ ਆਦਮੀ ਪਾਰਟੀ 'ਚ ਅਨਮੋਲ ਗਗਨਮਾਨ ਹੈਗੀ ਆ, ਕਾਂਗਰਸ ਦੇ ਵਿੱਚ ਸਤਵਿੰਦਰ ਬਿੱਟੀ ਆ, ਜਾਂ ਭਾਜਪਾ ਦੇ ਵਿੱਚ ਸੰਨੀ ਦਿਓਲ ਆ। ਬੀਬੀ ਤੁਸੀਂ ਵੀ ਪਾਰਟੀ 'ਚ ਜਾਓ, ਕੋਈ ਇਤਰਾਜ਼ ਨਹੀਂ। ਪਰ ਜਿਹੜੀ ਗੱਲ ਆਪਣੀ ਕਹੀ ਸੀ ਕਿ ਮੈਂ ਮੋਰਚੇ ਦੇ ਸਟੇਜ ਵਰਤਾਂ ਜਾਂ ਕਿਸੇ ਦੇ ਨਾਲ ਸਟੇਜ ਸਾਂਝੀ ਕਰਾਂ, ਆਪਾਂ ਨੂੰ ਉਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ। ਪਰ ਇਹ ਇਤਰਾਜ਼ ਆ ਕਿ ਤੁਸੀਂ ਮੋਰਚੇ ਨੂੰ ਚਟਾਲਿਆਂ ਦੀ ਮਦਦ ਦੇ ਲਈ ਵਰਤਿਆ। ਕੱਲੇ ਚਟਾਲੇ ਨਹੀਂ, ਤੁਸੀਂ ਕਾਂਗਰਸ ਲਈ ਵਰਤਦੇ, ਅਕਾਲੀ ਦਲ ਲਈ ਵਰਤਦੇ, ਭਾਜਪਾ ਲਈ ਵਰਤਦੇ, ਤਾਂ ਵੀ ਇਤਰਾਜ਼ ਹੋਣਾ ਸੀ। ਇਸ ਕਰਕੇ ਤੁਸੀਂ ਮੋਰਚੇ ਦੇ ਗਦਾਰ ਹੋ ਤੇ ਤੁਸੀਂ ਕਿਸੇ ਵੀ ਪਾਰਟੀ 'ਚ ਜਾਣ ਲਈ ਆਜ਼ਾਦ ਹੋ। ਪਰ ਜਾਣ ਲੱਗਿਆ ਇੰਨਾ ਜ਼ਰੂਰ ਕਹਿ ਕੇ ਜਾਇਓ ਕਿ ਹਾਂ, ਮੇਰੇ ਤੋਂ ਗਲਤੀ ਹੋਈ, ਮੈਂ ਮੋਰਚੇ ਦੀ ਗਦਾਰ ਆ। ਰੱਬ ਤੁਹਾਨੂੰ ਤਰੱਕੀਆਂ ਦੇਵੇ। ਜਿਉਂਦੇ ਵਸਦੇ ਰਹੋ। ਇੱਕ ਬੇਨਤੀ ਹੋਰ ਹੈ ਬੀਬੀ ਕਿ ਗੱਲਾਂ ਤਾਂ ਤੁਸੀਂ ਕਰਦੇ ਹੁੰਦੇ ਹੋ ਭਗਤ ਸਿੰਘ ਦੀਆਂ ਤਾਂ ਹੋਰ ਸ਼ਹੀਦਾਂ ਦੀਆਂ, ਤਾਂ ਫੇਰ ਬੀਬੀ ਉਹਨਾਂ ਨੇ ਕਦੇ ਜਾਂ ਉਹਨਾਂ ਦੇ ਪਰਿਵਾਰਾਂ ਨੇ ਗਿਣਾਇਆ ਨਹੀਂ, ਜਿਤਾਇਆ ਨਹੀਂ ਕਿ ਅਸੀਂ ਕੀ ਕੁਰਬਾਨੀਆਂ ਕੀਤੀਆਂ। ਤੁਸੀਂ ਤਾਂ ਜਿਉਂਦੇ ਜਾਗਦੇ ਹੀ ਆਪਣੀਆਂ ਕੁਰਬਾਨੀਆਂ ਨਿੱਕੀਆਂ ਨਿੱਕੀਆਂ, ਜੇ ਆਪਾਂ ਕਹੀਏ ਸੇਵਾਵਾਂ ਨੂੰ ਵੀ ਕੁਰਬਾਨੀਆਂ ਕਹਿ ਕੇ ਗਿਣਾ ਰਹੇ ਹੋ, ਜਿਤਾ ਰਹੇ ਹੋ। ਤਾਂ ਬੀਬੀ ਉਹਨਾਂ ਸ਼ਹੀਦਾਂ ਦਾ ਨਾਂ ਲੈਣਾ ਛੱਡ ਦਿਓ।